TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਅਮਰੀਕਾ ਨੇ ਅਫਗਾਨਿਸਤਾਨ ਨੂੰ ਆਰਥਿਕ ਮਦਦ ਦੇਣ ਦਾ ਕੀਤਾ ਐਲਾਨ। 17 ਸਤੰਬਰ ਨੂੰ ਕੌਮੀ ਕਾਲੇ ਦਿਵਸ ਵਜੋਂ ਕਿਸਾਨਾਂ ਦੇ ਹੱਕ ਵਿੱਚ ਮਨਾਏ ਜਾਣ ਦੀ ਆਪ ਨੇ ਕੀਤੀ ਅਪੀਲ। ਖਹਿਰਾ ਦੀ ਡੈਰੀ ਦੇ ਕੁਝ ਪੰਨਿਆਂ ਨੇ ਆਮ ਆਦਮੀ ਪਾਰਟੀ ਨੂੰ ਭਿਜਵਾਇਆ ਈਡੀ ਦਾ ਨੋਟਿਸ। ਕਿਸਾਨ ਆਗੂ ਚੜੂਨੀ ਦਾ ਵੱਡਾ ਦਾਅਵਾ, ਕਿਸਾਨ ਮਜ਼ਦੂਰ ਰਲ ਕੇ ਲੜਨਗੇ ਚੋਣਾਂ। ਕਰਨਾਲ ਸਮਝੌਤੇ ਨੂੰ ਲੈ ਕੇ ਚੜੂਨੀ ਤੇ ਝਿੰਡਾ ਹੋਏ ਆਮੋ ਸਾਹਮਣੇ ਤੇ ਕੁਝ ਇੱਕ ਹੋਰ ਜਾਣਕਾਰੀਆਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ, ਵਿਚਾਰ ਚਰਚਾ ਕਰੀਏ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਵਿਸਥਾਰ ਵੱਲ ਵਧੀਏ। ਅਫਗਾਨਿਸਤਾਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸੱਤਾ ਦੀ ਤਬਦੀਲੀ ਹੋ ਚੁੱਕੀ ਹੈ। ਨਾਟੋ ਤੇ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਛੱਡ ਦਿੱਤਾ ਹੈ ਤੇ ਤਾਲਿਬਾਨ ਦੇ ਹੁਣ ਅਧਿਕਾਰ ਦੇ ਹੇਠ ਹੈ, ਤਾਲਿਬਾਨ ਦੇ ਕਬਜ਼ੇ ਦੇ ਹੇਠ ਹੈ। ਤਾਲਿਬਾਨ ਨੇ ਆਪਣੀ ਅੰਤਰਿਮ ਸਰਕਾਰ ਦਾ ਗਠਨ ਵੀ ਕਰ ਲਿਆ ਹੈ ਤੇ ਅੱਜ ਜਾਣਕਾਰੀ ਅਮਰੀਕਾ ਵਾਲੇ ਪਾਸਿਓਂ ਮਿਲੀ ਹੈ ਕਿ ਅਮਰੀਕਾ ਨੇ ਇੱਕ ਅਹਿਮ ਫੈਸਲਾ ਕੀਤਾ ਹੈ। ਅਮਰੀਕਾ ਨੇ ਅਫਗਾਨਿਸਤਾਨ ਦੇ ਲੋਕਾਂ ਦੇ ਵਾਸਤੇ ਹੁਣ ਇੱਕ ਵੱਡੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਇਸ ਮਦਦ ਦੇ ਅਧੀਨ ਅਮਰੀਕਾ ਅਫਗਾਨਿਸਤਾਨ ਦੇ ਵਾਸਤੇ ਤਕਰੀਬਨ 64 ਮਿਲੀਅਨ ਡਾਲਰਾਂ ਦੀ ਮਦਦ ਕਰੇਗਾ। ਜਿਹੜੀ ਇਹ ਜਾਣਕਾਰੀ ਮਿਲੀ ਹੈ ਉਸ ਦੇ ਅਨੁਸਾਰ ਯੂਨਾਈਟਿਡ ਨੇਸ਼ਨ ਦੇ ਵਿੱਚ ਅਮਰੀਕੀ ਰਾਜਦੂਤ ਨੇ ਲਿੰਡਾ ਥਾਮਸਨ ਗ੍ਰੀਨਫੀਲਡ, ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸਹਾਇਤਾ ਉਹ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਅਮਰੀਕਾ ਦੇ ਵੱਲੋਂ ਅਫਗਾਨਿਸਤਾਨ ਨੂੰ ਦਿੱਤੀ ਜਾਏਗੀ। ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਦੱਸਿਆ ਕਿ ਅਫਗਾਨਿਸਤਾਨ ਦੀ ਸਥਿਤੀ ਗੰਭੀਰ ਹੈ। ਅਜਿਹੇ ਵਿੱਚ ਅਮਰੀਕਾ ਨੇ ਨਵੀਂ ਮਨੁੱਖੀ ਸਹਾਇਤਾ ਦੇ ਰੂਪ ਵਿੱਚ 64 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਜ਼ਮੀਨੀ ਸਥਿਤੀ ਅਤੇ ਹੋਰ ਉੱਥੇ ਮੁਲਾਂਕਣ ਕਰਨ ਤੋਂ ਬਾਅਦ ਉਹ ਕਹਿੰਦੇ ਭਵਿੱਖ ਦੇ ਵਿੱਚ ਹੋਰ ਉੱਥੇ ਆਰਥਿਕ ਮਦਦ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ, ਇਹ ਸਭ ਤੋਂ ਪਹਿਲਾਂ ਉੱਥੋਂ ਦੀਆਂ ਸਥਿਤੀਆਂ ਪਰਿਸਥਿਤੀਆਂ ਦਾ ਮੁਲਾਂਕਣ ਕੀਤਾ ਜਾਏਗਾ ਤੇ ਭਵਿੱਖ ਦੇ ਵਿੱਚ ਫਿਰ ਅਗਲੇ ਮਸਲੇ ਦੇ ਉੱਤੇ ਗੌਰ ਕੀਤਾ ਜਾਏਗਾ। ਪਰ ਦੂਸਰੇ ਪਾਸੇ ਅਫਗਾਨਿਸਤਾਨ ਦੇ ਪਾਸਿਓਂ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ, ਦਰਅਸਲ ਇਹ ਦਾਅਵਾ ਤਾਲਿਬਾਨ ਕਰ ਰਹੇ ਨੇ। ਅਫਗਾਨਿਸਤਾਨ ਦੇ ਵਿੱਚ ਇੱਕ ਪੰਜਸ਼ੀਰ ਇਲਾਕਾ ਜਾਂ ਪੰਜਸ਼ੀਰ ਘਾਟੀ ਆਖੀਏ, ਉਸ ਇਲਾਕੇ ਤੇ ਅਫਗਾਨਿਸਤਾਨ ਦਾ ਕਬਜ਼ਾ, ਮਾਫ ਕਰਨਾ, ਤਾਲਿਬਾਨ ਦਾ ਕਬਜ਼ਾ ਨਹੀਂ ਸੀ। ਹੁਣ ਇਹ ਪਤਾ ਲੱਗਿਆ ਕਿ ਪੰਜਸ਼ੀਰ ਘਾਟੀ ਦੇ ਉੱਤੇ ਵੀ ਤਾਲਿਬਾਨ ਨੇ ਉਹਨਾਂ ਦੇ ਇੱਕ ਵੱਡੇ ਹਿੱਸੇ ਤੇ ਵੱਡੇ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਕਬਜ਼ਾ ਕਰਨ ਤੋਂ ਬਾਅਦ ਉਹ ਕੁਝ ਦਾਅਵੇ ਕਰ ਰਹੇ ਹੈ। ਦਾਅਵੇ ਦੇ ਵਿੱਚ ਤਾਲਿਬਾਨੀ ਆਖ ਰਹੇ ਨੇ ਕਿ ਖੁਦ ਨੂੰ ਅਫਗਾਨਿਸਤਾਨ ਦਾ ਕਾਰਜਕਾਰੀ ਰਾਸ਼ਟਰਪਤੀ ਦੱਸਣ ਵਾਲੇ ਅਮਰੁੱਲਾ ਸਾਲੇਹ ਦੇ ਘਰੋਂ ਉਹਨਾਂ ਨੂੰ ਤਕਰੀਬਨ 48 ਕਰੋੜ ਰੁਪਏ, ਲਗਭਗ 6.5 ਮਿਲੀਅਨ ਡਾਲਰ ਉਹਨਾਂ ਦੇ ਘਰੋਂ ਮਿਲੇ ਨੇ। 48 ਕਰੋੜ ਰੁਪਏ ਉਹਨਾਂ ਦੇ ਘਰੋਂ ਮਿਲੇ ਨੇ ਤੇ ਨਾਲ ਉਹ ਕਹਿੰਦੇ ਇਕੱਲਾ ਪੈਸਾ ਧੇਲੇ ਨਹੀਂ ਮਿਲਿਆ, ਇਹਦੇ ਨਾਲ ਉਹ ਕਹਿੰਦੇ ਸੋਨੇ ਦੀਆਂ ਇੱਟਾਂ ਵੀ ਸਾਲੇਹ ਦੇ ਘਰੋਂ ਮਿਲੀਆਂ ਨੇ। ਉਹਨਾਂ ਨੇ ਇਹ ਵੀ ਆਖਿਆ, ਕੁਝ ਤਸਵੀਰਾਂ ਉਹਨਾਂ ਨੇ ਜਾਰੀ ਕੀਤੀਆਂ ਨੇ ਕਿ ਇਹ ਜਿਹੜੀ ਰਕਮ ਮਿਲੀ ਹੈ ਹਲੇ ਸਾਨੂੰ ਉਹਦਾ ਛੋਟਾ ਜਿਹਾ ਹਿੱਸਾ ਜਾਪਦਾ ਹੈ। ਤਾਲਿਬਾਨ ਨੇ ਇਸ ਦੇ ਮੁਤਲਕ ਕੁਝ ਫੋਟੋਆਂ ਤੇ ਕੁਝ ਵੀਡੀਓ ਜਾਰੀ ਕੀਤੇ ਨੇ ਜਿਸ ਦੇ ਵਿੱਚ ਉਹ ਨੋਟਾਂ ਨੂੰ ਚੁੱਕ ਰਹੇ ਨੇ ਤੇ ਨਾਲ ਸੋਨੇ ਦੀਆਂ ਇੱਟਾਂ ਦੀਆਂ ਫੋਟੋਆਂ ਖਿੱਚ ਰਹੇ ਨੇ। ਤਾਲਿਬਾਨ ਦਾ ਜੇਕਰ ਇਹ ਦਾਅਵਾ ਸੱਚ ਹੈ ਤਾਂ ਇਹਦੇ ਨਾਲ ਬਾਗੀਆਂ ਦੇ ਅੰਦੋਲਨ ਨੂੰ ਵੱਡਾ ਤੇ ਕਰਾਰਾ ਝਟਕਾ ਲੱਗ ਸਕਦਾ ਹੈ। ਇਹਦੇ ਤੋਂ ਪਹਿਲਾਂ ਇਹ ਦੱਸਣਾ ਬਣਦਾ ਹੈ ਕਿ ਤਾਲਿਬਾਨੀ ਅਮਰੁੱਲਾ ਸਾਲੇਹ ਦੇ ਘਰ ਤੱਕ ਪਹੁੰਚੇ ਹੈ, ਉਸ ਉੱਤੇ ਕਬਜ਼ਾ ਕਰਨ ਦੇ ਦਾਅਵੇ ਕਰ ਰਹੇ ਨੇ। ਉਹਨਾਂ ਨੇ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਉੱਥੋਂ ਦੀਆਂ ਕੁਝ ਤਸਵੀਰਾਂ, ਜਿਸ ਦਾ ਮੈਂ ਜ਼ਿਕਰ ਕਰ ਰਿਹਾ, ਨਸ਼ਰ ਕੀਤੀਆਂ ਨੇ। ਪੰਜਸ਼ੀਰ ਘਾਟੀ ਦੇ ਵਿੱਚ ਤਾਲਿਬਾਨੀ ਕਬਜ਼ੇ ਦੇ ਬਾਅਦ ਤੋਂ ਹੀ ਅਮਰੁੱਲਾ ਸਾਲੇਹ ਅਤੇ ਮਹਿਮੂਦ ਮਸੂਦ ਪਤਾ ਲੱਗਾ ਕਿਸੇ ਸੁਰੱਖਿਅਤ ਥਾਂ ਤੇ ਚਲੇ ਗਏ ਹੈ। ਪੰਜਸ਼ੀਰ ਘਾਟੀ ਦੇ ਵਿੱਚ ਹਾਲੇ ਵੀ ਤਾਲਿਬਾਨਾਂ ਅਤੇ ਜਿਹੜੇ ਉੱਥੋਂ ਦੇ ਬਾਗੀ ਨੇ ਉਹਨਾਂ ਦੇ ਵਿਚਕਾਰ ਗਹਿ ਗੱਚ ਲੜਾਈ ਜਾਰੀ ਹੈ। ਤਾਲਿਬਾਨੀਆਂ ਨੇ ਪੰਜਸ਼ੀਰ ਦੀ ਲੜਾਈ ਦੇ ਵਿੱਚ ਅਮਰੁੱਲਾ ਸਾਲੇਹ ਦੇ ਭਰਾ ਰੁੱਲਾ ਅਜ਼ੀਜ਼ੀ ਨੂੰ ਮਾਰ ਮੁਕਾਇਆ ਸੀ। ਇੰਨਾ ਹੀ ਨਹੀਂ, ਉਹ ਉਸ ਦੀ ਲਾਸ਼ ਦੇਣ ਤੋਂ, ਦਫਨਾਉਣ ਤੋਂ ਵੀ ਇਨਕਾਰ ਕਰ ਰਹੇ ਨੇ ਕਿ ਇਹ ਉਹਨਾਂ ਦੇ ਘਰਦਿਆਂ ਨੂੰ ਨਹੀਂ ਦਿੱਤੀ ਜਾਏਗੀ। ਪੰਜਸ਼ੀਰ ਦੇ ਵਿੱਚ ਕਈ ਦਿਨਾਂ ਤੋਂ ਦਰਅਸਲ ਇਹ ਮੁਕਾਬਲਾ ਚੱਲ ਰਿਹਾ ਹੈ ਤੇ ਨੈਸ਼ਨਲ ਰੈਜ਼ੀਡੈਂਟਸ ਫੋਰਸ ਦੇ ਇੱਕ ਯੂਨਿਟ ਦੇ ਕਮਾਂਡਰ ਵੀ ਸਨ, ਉਹਨਾਂ ਨੂੰ ਬੀਤੇ ਦਿਨੀ ਮਾਰ ਮੁਕਾਇਆ ਸੀ।
ਅਤੇ ਹੁਣ ਤਾਲਿਬਾਨ ਤਾਂ ਕਹਿੰਦਾ ਕਿ ਅਸੀਂ ਪੂਰੀ ਘਾਟੀ ਤੇ ਕਬਜ਼ਾ ਕਰ ਲਿਆ, ਪਰ ਇਸ ਗੱਲ ਦੀ ਪੁਸ਼ਟੀ ਹਾਲੇ ਤੱਕ ਦੂਸਰੇ ਪਾਸੋਂ ਨਹੀਂ ਕੀਤੀ ਗਈ। ਪਰ ਹਾਂ, ਇੰਨਾ ਪਤਾ ਲੱਗਿਆ ਸੀ ਕਿ ਭਾਈ ਅਮਰੁੱਲਾ ਸਲੇਹ ਦੇ ਭਰਾ ਨੂੰ ਮਾਰ ਦਿੱਤਾ। ਉਹਨਾਂ ਦੇ ਪੁੱਤ ਨੇ ਆਖਿਆ ਸੀ ਕਿ ਹਾਂ, ਮੇਰੇ ਚਾਚੇ ਨੂੰ ਤਾਲਿਬਾਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ, ਸਾਨੂੰ ਲਾਸ਼ ਤੱਕ ਨਹੀਂ ਦੇ ਰਹੇ, ਦਫਨਾਉਣ ਤੱਕ ਨਹੀਂ ਦੇ ਰਹੇ। ਤਾਲਿਬਾਨ ਇੱਥੋਂ ਤੱਕ ਆਖ ਰਹੇ ਸੀ ਕਿ ਲਾਸ਼ ਪਰਿਵਾਰਕ ਹਵਾਲੇ ਨਹੀਂ ਕੀਤੀ ਜਾਏਗੀ, ਉਹਦੀ ਲਾਸ਼ ਜਿੱਥੇ ਪਈ ਆ ਉੱਥੇ ਹੀ ਸੜ ਜਾਵੇਗੀ। ਇਸੇ ਵਿਚਕਾਰ ਮਹਿਮੂਦ ਮਸੂਦ ਦੇ ਸਮਰਥਕ ਰਹੇ ਮਾਰਸ਼ਲ ਦੋਸਤਮ ਨੇ ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਤੋਂ ਇੱਕ ਮੰਗ ਕੀਤੀ ਹੈ ਕਿ ਉਹ ਜਿਹੜੀ ਤਾਲਿਬਾਨਾਂ ਦੀ ਅਗਵਾਈ ਦੇ ਹੇਠ ਜਿਹੜੀ ਆ ਸਰਕਾਰ ਬਣ ਗਈ ਹੈ, ਉਹਨੂੰ ਮਾਨਤਾ ਦੇਣ ਦੇ ਵਿੱਚ ਕੋਈ ਜਲਦਬਾਜ਼ੀ ਨਾ ਕਰਨ। ਵੇਖਦੇ ਹਾਂ ਕਿ ਕਿਹੜੀ ਸਰਕਾਰ ਤਾਲਿਬਾਨਾਂ ਨੂੰ ਮਾਨਤਾ ਦਿੰਦੀ ਹੈ ਜਾਂ ਨਹੀਂ। ਪਰ ਅਫਗਾਨਿਸਤਾਨ ਦੇ ਜਿਹੜੇ ਹਾਲਾਤ ਨੇ ਕੋਈ ਬਹੁਤੇ ਵਧੀਆ ਹਾਲਾਤ ਨਹੀਂ ਨੇ। ਹੁਣ ਅਗਲੀ ਜਿਹੜੀ ਖਬਰ ਹੈ, ਤੁਹਾਨੂੰ ਯਾਦ ਹੋਣਾ ਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਵਿੱਚ ਚੋਣ ਜਿੱਤਦੇ ਹੈ। ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਬਣਦੀ ਰਹੀ, ਉਹ ਆਪਣਾ ਇੱਕ ਵੱਖਰਾ ਫਰੰਟ ਬਣਾਉਂਦੇ ਆ, ਇੱਕ ਵੱਖਰੀ ਪਾਰਟੀ ਬਣਾਉਂਦੇ ਆ। ਫਿਰ ਜਦੋਂ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਉਮੀਦਵਾਰਾਂ ਨੂੰ ਉਤਾਰਦੇ ਆ, ਇੱਥੋਂ ਤੱਕ ਕਿ ਬੀਬੀ ਖਾਲੜਾ ਵਰਗੇ ਚੰਗੇ ਉਮੀਦਵਾਰ ਵੀ ਪੰਜਾਬ ਦੇ ਲੋਕਾਂ ਨੇ ਚੋਣਾਂ ਦੇ ਵਿੱਚ ਹਰਾ ਦਿੱਤੇ, ਜ਼ਮਾਨਤਾਂ ਜ਼ਬਤ ਤੱਕ ਕਰਵਾ ਦਿੱਤੀਆਂ। ਆਖਰਕਾਰ ਸੁਖਪਾਲ ਖਹਿਰਾ ਨੇ ਗਿਣਤੀਆਂ ਮਿਣਤੀਆਂ ਕੀਤੀਆਂ ਹੋਣਗੀਆਂ ਕਿ ਭਾਈ ਲੋਕ ਰਵਾਇਤੀ ਪਾਰਟੀਆਂ ਤੋਂ ਲਾਂਭੇ ਨਹੀਂ ਹੁੰਦੇ, ਉਹ ਸੱਜੇ ਖੱਬੇ ਦੇਖਦੇ ਨਹੀਂ। ਇਹ ਕਹਿੰਦੇ ਨੇ ਕਿ ਪੰਜਾਬ ਦੀਆਂ ਗੱਲਾਂ ਕੀਤੀਆਂ ਜਾਣ, ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਜਾਣ, ਅਸੀਂ ਕਰਕੇ ਵੇਖ ਲਈਆਂ ਨੇ। ਆਖਰਕਾਰ ਲੋਕ ਕਾਂਗਰਸ ਨੂੰ ਤੇ ਅਕਾਲੀਆਂ ਨੂੰ ਵੋਟਾਂ ਪਾ ਕੇ ਹੋ ਜਾਂਦੇ ਹੈ। ਤੇ ਫਿਰ ਬੀਤੇ ਕੁਝ ਮਹੀਨੇ ਪਹਿਲਾਂ ਆਪਣੀ ਪਹਿਲੀ ਤੇ ਪੁਰਾਣੀ ਪਾਰਟੀ ਵਿੱਚ ਆ ਗਏ ਸੀ, ਭਾਵ ਕਾਂਗਰਸ ਦੇ ਵਿੱਚ ਉਹ ਆ ਗਏ ਸਨ। ਹੁਣ ਤੁਹਾਨੂੰ ਯਾਦ ਹੋਣਾ ਕਿ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਸੀ, ਉਹਦੇ ਤੋਂ ਪਹਿਲਾਂ 2017 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਬੜੀ ਚੜ੍ਹਤ ਸੀ ਪੰਜਾਬ ਦੇ ਵਿੱਚ ਵੀ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਵੀ। ਹੁਣ ਇਹ ਵੀ ਪਤਾ ਲੱਗਿਆ ਕਿ ਵਿਦੇਸ਼ਾਂ ਤੋਂ, ਖਾਸ ਕਰਕੇ ਅਮਰੀਕਾ ਤੋਂ ਪੈਸੇ ਇਕੱਠੇ ਕਰਨ ਦੇ ਮਾਮਲੇ ਦੇ ਵਿੱਚ ਈਡੀ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਕੱਤਰ ਪੰਕਜ ਗੁਪਤਾ ਨੂੰ ਪੁੱਛਗਿੱਛ ਵਾਸਤੇ ਇੱਕ ਨੋਟਿਸ ਭੇਜ ਦਿੱਤਾ ਗਿਆ ਹੈ। ਈਡੀ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਸੁਖਪਾਲ ਖਹਿਰਾ। ਜਦੋਂ ਖਹਿਰਾ ਦੇ ਘਰ ਦੇ ਟਿਕਾਣਿਆਂ ਤੇ ਛਾਪੇ ਮਾਰੇ ਗਏ ਤੇ ਡੈਰੀ ਚੁੱਕ ਕੇ ਲੈ ਗਏ ਸੀ, ਹੋਰ ਵੀ ਸਮਾਨ ਸੀ। ਡੈਰੀ ਦੇ ਸਿਲਸਿਲੇ ਵਿੱਚ ਉਹਨਾਂ ਨੂੰ ਪੁੱਛਗਿੱਛ ਵਾਸਤੇ ਸੱਦਿਆ। ਖਹਿਰਾ ਦੀ ਡੈਰੀ ਦੇ ਵਿੱਚ ਆਪ ਨੂੰ ਅਮਰੀਕਾ ਤੋਂ ਲੱਖਾਂ ਡਾਲਰਾਂ ਦੇ ਮਿਲਣ ਦਾ ਜ਼ਿਕਰ ਤਾਂ ਹੈ, ਪਰ ਦੱਸਿਆ ਜਾ ਰਿਹਾ ਕਿ ਜਦੋਂ ਖਹਿਰਾ ਤੋਂ ਈਡੀ ਨੇ ਪੁੱਛਗਿੱਛ ਕੀਤੀ, ਉਹ ਕਹਿੰਦੇ ਇਹਦੇ ਬਾਰੇ ਉਹਨਾਂ ਨੂੰ ਬਹੁਤੀ ਜਾਣਕਾਰੀ ਨਹੀਂ। ਪਰ ਡੈਰੀ ਖਹਿਰੇ ਦੀ ਹੈ, ਖਹਿਰਾ ਸਾਹਿਬ ਕਹਿੰਦੇ ਮੈਨੂੰ ਇਹਦੇ ਬਾਰੇ ਵਾਲੀ ਜਾਣਕਾਰੀ ਹੈ ਨਹੀਂ। ਉਹ ਕਹਿੰਦੇ ਮੇਰੇ ਨਾਲ ਤਾਂ ਜੁੜਿਆ ਮਾਮਲਾ ਹੀ ਨਹੀਂ, ਜਿਸ ਪੰਨੇ ਦੇ ਉੱਤੇ ਪੈਸਿਆਂ ਦਾ ਜ਼ਿਕਰ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਮਾਮਲਾ ਹੈ। ਜੇ ਪੰਜਾਬ ਚੋਣਾਂ ਤੋਂ ਪਹਿਲਾਂ ਜਿਹੜਾ ਪੈਸਾ ਇਕੱਠਾ ਹੋਇਆ ਸੀ ਉਹ ਮੇਰਾ ਤਾਂ ਹੈ ਨਹੀਂ, ਉਹ ਪਾਰਟੀ ਦਾ ਸੀ। ਇਸ ਮਸਲੇ ਦੇ ਵਿੱਚ ਉਹ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪੰਕਜ ਗੁਪਤਾ ਨੂੰ ਮੁਲਜ਼ਮ ਜਾਂ ਚਸ਼ਮਦੀਦ ਗਵਾਹ ਦੇ ਤੌਰ ਤੇ ਨਹੀਂ ਸੱਦਾ ਭੇਜਿਆ ਗਿਆ, ਸੰਮਨ ਕੀਤੇ ਗਏ, ਬਲਕਿ ਉਹਨਾਂ ਨੂੰ ਸਪਸ਼ਟੀਕਰਨ ਦੇਣ ਦੇ ਲਈ ਸੰਮਨ ਭੇਜੇ ਗਏ ਨੇ। ਅਸਲ ਵਿੱਚ ਈਡੀ ਇਹ ਜਾਣਨਾ ਚਾਹੁੰਦੀ ਹੈ ਕਿ ਖਹਿਰਾ ਦੀ ਡਾਇਰੀ ਦੇ ਵਿੱਚ ਅਮਰੀਕਾ ਤੋਂ ਪਾਰਟੀ ਫੰਡ ਦੇ ਜਿਹੜੇ ਪੈਸਿਆਂ ਦਾ ਜ਼ਿਕਰ ਹੈ, ਉਹਦੇ ਬਾਰੇ ਆਮ ਆਦਮੀ ਪਾਰਟੀ ਨੇ ਆਮਦਨ ਕਰ ਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਕੋਈ ਜਾਣਕਾਰੀ ਦਿੱਤੀ ਸੀ ਜਾਂ ਨਹੀਂ। ਨਾਲ ਹੀ ਅਮਰੀਕਾ ਤੋਂ ਇਹ ਜਿਹੜੇ ਪੈਸੇ, ਇਹ ਫੰਡ ਇਕੱਠੇ ਕੀਤੇ ਗਏ, ਕਿਵੇਂ ਆਏ, ਕਿਵੇਂ ਲਏ, ਕਿੱਥੇ ਵਰਤੇ ਗਏ। ਇਸ ਈਡੀ ਅਧਿਕਾਰੀ ਨੇ ਕਿਹਾ ਕਿ ਏਜੰਸੀ ਦੇ ਵੱਲੋਂ ਅਮਰੀਕਾ ਦਾ ਦੌਰਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਵਿਸਥਾਰਤ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਜ਼ਾਹਿਰ ਹੈ ਕਿ ਉਹਨਾਂ ਤੋਂ ਪੈਸੇ ਇਕੱਠੇ ਕਰਨ ਅਤੇ ਉਹਨਾਂ ਦੀ ਭਾਰਤ ਭੇਜਣ ਬਾਰੇ ਪੁੱਛਗਿੱਛ ਕੀਤੀ ਜਾਏਗੀ। ਈਡੀ ਨੇ ਸਾਫ਼ ਕਰ ਦਿੱਤਾ ਕਿ ਹਾਲੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਵੱਖਰੇ ਤੌਰ ਤੇ ਮਨੀ ਲਾਂਡਰਿੰਗ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਪਰ ਖਹਿਰਾ ਦੇ ਖਿਲਾਫ ਦਰਜ ਕੇਸ ਦੇ ਸਿਲਸਿਲੇ ਵਿੱਚ ਸਿਰਫ ਪੁੱਛਗਿੱਛ ਲਈ ਉਹਨਾਂ ਨੂੰ ਬੁਲਾਇਆ ਗਿਆ। ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸਦੇ ਹਾਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਖਹਿਰਾ ਦੇ ਖਿਲਾਫ ਕਈ ਮਾਮਲਿਆਂ ਦੀ ਜਾਂਚ ਕੀਤੀ ਹੈ ਤੇ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਡਰੱਗ ਸਮਗਲਿੰਗ ਨਾਲ, ਨਜਾਇਜ਼ ਜਾਇਦਾਦ ਬਣਾਉਣ ਨਾਲ, ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਲੋਕਾਂ ਦਾ ਪਾਸਪੋਰਟ ਬਣਾਉਣ ਦਾ ਮਾਮਲਾ ਹੈ। ਪਰ ਸੁਖਪਾਲ ਖਹਿਰਾ ਇੱਕ ਵਾਰ ਨਹੀਂ ਅਨੇਕਾਂ ਵਾਰ ਆਖ ਚੁੱਕੇ ਹੈ ਕਿ ਮੈਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਜਿਹੜੇ ਮਾਮਲਿਆਂ ਦੀ ਈਡੀ ਜਾਂਚ ਕਰ ਰਹੀ ਹੈ ਜਾਂ ਮੇਰੇ ਤੇ ਦੋਸ਼ ਲਾਏ ਗਏ ਨੇ, ਇਹਨਾਂ ਦੇ ਵਿੱਚ ਮੈਂ ਪਾਕ ਸਾਫ਼ ਬਰੀ ਹੋਵਾਂਗਾ, ਇਸ ਤਰ੍ਹਾਂ ਦਾ ਕੁਝ ਹੈ ਹੀ ਨਹੀਂ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਹੋਰ ਕਿਹੜੇ ਆਗੂਆਂ ਨੂੰ ਸੱਦਦੀ ਹੈ ਤੇ ਇਸ ਜਾਂਚ ਪੜਤਾਲ ਦੇ ਵਿੱਚੋਂ ਬਾਹਰ ਨਿਕਲ ਕੇ ਕੀ ਆਉਂਦਾ ਹੈ।
ਅਗਲੀ ਗੱਲ ਕਿਸਾਨੀ ਸੰਘਰਸ਼ ਨਾਲ ਤੇ ਕਿਸਾਨ ਆਗੂਆਂ ਨਾਲ ਤੇ ਆਵਾਮ ਦੇ ਨਾਲ ਜੁੜੀ ਇੱਕ ਵੱਡੀ ਖਬਰ ਆਖੀ ਜਾ ਸਕਦੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਗੁਰਨਾਮ ਸਿੰਘ ਚੜੂਨੀ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨ ਤੇ ਮਜ਼ਦੂਰ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਮਿਲ ਕੇ ਲੜਨਗੇ ਤੇ ਫਿਰ ਸਰਕਾਰ ਵੀ ਮਜ਼ਦੂਰਾਂ ਤੇ ਕਿਸਾਨਾਂ ਦੀ ਬਣੇਗੀ। ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਕਿ ਮੈਂ ਖੁਦ ਚੋਣ ਨਹੀਂ ਲੜਾਂਗਾ ਤੇ ਨਾ ਹੀ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਚੋਣ ਲੜੀ ਜਾਏਗੀ। ਇਹ ਗੱਲ ਕਹਿੰਦੀ ਮੈਂ ਸਾਫ਼ ਕਰ ਦਿਆਂ, ਨਾ ਮੈਂ ਚੋਣ ਲੜਨੀ ਹੈ ਨਾ ਸੰਯੁਕਤ ਕਿਸਾਨ ਮੋਰਚੇ ਦਾ ਬੈਨਰ ਹੋਏਗਾ, ਪਰ ਆਮ ਕਿਸਾਨ ਤੇ ਮਜ਼ਦੂਰ ਚੋਣਾਂ ਲੜਨਗੇ ਤੇ ਸਰਕਾਰ ਵੀ ਬਣੇਗੀ। ਹੁਣ ਵੇਖੋ ਕਿ ਉਹਨਾਂ ਦਾ ਇਹ ਦਾਅਵਾ ਕਿੰਨਾ ਕੁ ਸੱਚ ਹੁੰਦਾ ਹੈ। ਇਸ ਖਾਤਰ ਉਹ ਕਹਿੰਦੇ ਆਮ ਲੋਕਾਂ ਨੂੰ ਇਕੱਠ ਕਰਕੇ ਇੱਕ ਮੰਚ ਤਿਆਰ ਕੀਤਾ ਜਾਏਗਾ। ਉਹਨਾਂ ਸਾਫ਼ ਕੀਤਾ ਕਿ ਮਿਸ਼ਨ ਪੰਜਾਬ ਹੈ ਨਾ, ਜਿਹੜਾ ਮੇਰਾ ਨਿੱਜੀ ਵਿਚਾਰ ਹੈ, ਸੰਯੁਕਤ ਕਿਸਾਨ ਮੋਰਚੇ ਦਾ ਇਹਨਾਂ ਸ਼ਬਦਾਂ ਦੇ ਨਾਲ ਜਾਂ ਇਸ ਮੰਚ ਨਾਲ ਕੋਈ ਲੈਣ ਦੇਣ ਨਹੀਂ। ਸ਼ਾਇਦ ਉਹ ਵਾਰ-ਵਾਰ ਇਹ ਗੱਲ ਆਖ ਰਹੇ ਨਹੀਂ, ਕਿਉਂਕਿ ਬੀਤੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਕੁਝ ਸਮੇਂ ਵਾਸਤੇ ਉਹਨਾਂ ਦੀ ਮੁਅੱਤਲੀ ਕੀਤੀ ਸੀ। ਉਹਨਾਂ ਨੇ ਇਹ ਜਿਹੜੀਆਂ ਗੱਲਾਂ ਆਖੀਆਂ ਨੇ, ਬੀਤੇ ਐਤਵਾਰ ਨੂੰ ਸਿਰਸਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਸੰਮੇਲਨ ਹੋਇਆ ਸੀ, ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਤੇ ਮਜ਼ਦੂਰ ਇਕੱਤਰ ਹੋਏ ਸੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਰਾਜ ਹੱਟ ਕਰਕੇ ਕਿਸਾਨਾਂ ਦੀ ਗੱਲ ਮੰਨਣ ਤੋਂ ਇਨਕਾਰੀ ਹੋਈ ਬੈਠੀ ਹੈ। ਉਹ ਕਹਿੰਦੇ ਇਤਿਹਾਸ ਗਵਾਹ ਹੈ ਕਿ ਜਿਹਨੇ ਵੀ ਰਾਜ ਹੱਟ ਕੀਤਾ ਉਸ ਦਾ ਰਾਜ ਤਾਂ ਨਾਸ਼ ਹੋਇਆ ਹੀ ਹੈ, ਨਾਲ ਨਾਲ ਪਰਿਵਾਰ ਵੀ ਤਬਾਹ ਹੋਇਆ ਹੈ। ਹੁਣ ਕਹਿੰਦੇ ਦੇਸ਼ ਦੇ ਵਿੱਚ ਬਦਲਾਅ ਲਿਆਉਣ ਦਾ ਸਮਾਂ ਹੈ। ਜੇਕਰ ਕਿਸਾਨਾਂ ਮਜ਼ਦੂਰਾਂ ਦੀ ਸਰਕਾਰ ਬਣੀ, ਬਦਲਾਅ ਫੇਰ ਹੀ ਆਉਣਾ ਹੈ। ਕਹਿੰਦੇ ਜਿਨ੍ਹਾਂ ਲੋਕਾਂ ਤੇ ਕੰਪਨੀਆਂ ਨੇ ਲੁੱਟ ਖੋਹ ਕੀਤੀ ਹੈ, ਧਨ ਦੌਲਤ ਇਕੱਠਾ ਕੀਤਾ ਹੈ, ਕਿਸਾਨਾਂ ਦੇ ਹੱਥ ਵਿੱਚ ਰਾਜ ਆਉਣ ਤੇ ਉਹ ਸਾਰੀ ਧਨ ਦੌਲਤ ਆਮ ਲੋਕਾਂ ਦੇ ਹਵਾਲੇ ਹੋ ਤੇ ਪੁੱਛ ਪੜਤਾਲ ਕੀਤੀ ਜਾਊ ਕਿ ਆਮਦਨ ਇੰਨੀ ਹੈ ਨਹੀਂ ਸੀ, ਵਸੀਲੇ ਇੰਨੇ ਹੈ ਨਹੀਂ ਸੀ, ਧਨ ਦੌਲਤ ਇਕੱਠਾ ਕਿਵੇਂ ਹੋ ਗਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ RSS ਦੀ ਵਿਚਾਰਧਾਰਾ ਵਾਲੀ ਸਰਕਾਰ ਹੈ। ਇਹ ਜਲਦੀ ਮੰਨਣ ਵਾਲੀ ਤਾਂ ਹੈ ਨਹੀਂ, ਅੜੀਅਲ ਹੈ, ਪਰ ਆਪਣੀਆਂ ਮੰਗਾਂ ਮਨਵਾਉਣ ਖਾਤਰ ਕਿਸਾਨਾਂ ਨੂੰ ਚੋਣਾਂ ਤੱਕ ਉਡੀਕ ਭਾਵੇਂ ਕਰਨੀ ਪੈ ਜਾਏ, ਪਰ ਅਸੀਂ ਹਿੰਮਤ ਨਹੀਂ ਹਾਰਦੇ, ਅਸੀਂ ਮੋਰਚਾ ਫਤਿਹ ਜ਼ਰੂਰ ਕਰਾਂਗੇ। ਉਹ ਕਹਿੰਦੇ ਸਾਰਿਆਂ ਨੇ ਮਿਲ ਕੇ ਇਸ ਸਰਕਾਰ ਦੇ ਖਿਲਾਫ ਲੜਾਈ ਲੜਨੀ ਹੈ ਤੇ ਲੜ ਰਹੇ ਹਾਂ। ਜਦੋਂ ਤੱਕ ਖੇਤੀ ਸੁਧਾਰ ਕਾਨੂੰਨ, ਜਿਸ ਨੂੰ ਸਰਕਾਰ ਕਹਿੰਦੀ ਹੈ ਪਰ ਕਿਸਾਨ ਜਿਸ ਨੂੰ ਕਾਲੇ ਕਾਨੂੰਨ ਕਹਿੰਦੇ ਹੈ, ਜਦੋਂ ਤੱਕ ਇਹ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸਾਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ। ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਿਰਸਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ, ਮਜ਼ਦੂਰ, ਕਾਰੋਬਾਰੀ, ਨੌਜਵਾਨ ਇਹ ਸਾਰੇ ਇਕੱਠੇ ਹੋਏ ਸੀ। ਇੱਕ ਮਹਾ ਸੰਮੇਲਨ ਉੱਥੇ ਕੀਤਾ ਗਿਆ ਸੀ। ਉਸ ਸੰਮੇਲਨ ਦੇ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਪਹੁੰਚੇ ਹੋਏ ਸੀ, ਜੋਗਿੰਦਰ ਸਿੰਘ ਉਗਰਾਹਾਂ ਵੀ ਪਹੁੰਚੀ ਹੋਈ ਸੀ ਤੇ ਕੁਝ ਹੋਰ ਕਿਸਾਨ ਆਗੂ ਵੀ ਉੱਥੇ ਪਹੁੰਚੇ ਹੋਏ ਸੀ। ਬਹੁਤ ਵੱਡਾ ਇਕੱਠ ਹੋਇਆ ਸੀ। ਇਸੇ ਮੌਕੇ ਤੇ ਕਿਸਾਨ ਆਗੂ ਨੇ ਕੇਂਦਰ ਤੇ ਹਰਿਆਣਾ ਸਰਕਾਰ ਤੇ ਜੰਮ ਕੇ ਨਿਸ਼ਾਨੇ ਵਿੰਨੇ ਸਨ। ਕਿਹਾ ਸੀ ਕਿ ਕਿਸਾਨ ਅੰਦੋਲਨ ਕੇਂਦਰ ਸਰਕਾਰ ਦੇ ਰਾਜ ਹੱਟ ਦੇ ਖਿਲਾਫ ਇੱਕ ਮੁਹਿੰਮ ਹੈ ਅਤੇ ਮੁਲਕ ਵਿਆਪੀ ਮੁਹਿੰਮ ਨੇ ਰੂਪ ਧਾਰਨ ਕਰ ਲਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚੋਟ ਵੋਟ ਤੇ ਕਰਾਰੀ ਕਰਾਂਗੇ। ਯੂਪੀ 'ਚ, ਉੱਤਰਾਖੰਡ 'ਚ, ਪੰਜਾਬ 'ਚ, ਜਿੱਥੇ ਜਿੱਥੇ ਵੀ ਚੋਣਾਂ ਹੋ ਰਹੀਆਂ ਨੇ। ਹੁਣ ਵੇਖਦੇ ਹਾਂ ਕਿ ਗੁਰਨਾਮ ਸਿੰਘ ਚੜੂਨੀ ਸਾਹਿਬ ਦੀ ਆਖੀ ਇਹ ਗੱਲ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ, ਕਿਉਂਕਿ ਪਹਿਲਾਂ ਮੈਂ ਇਸ ਖਬਰ ਤੋਂ, ਜਿਸ ਖਬਰ ਦਾ ਜ਼ਿਕਰ ਕਰ ਰਿਹਾ ਸੀ ਕਿ ਲੋਕ ਕਹਿੰਦੇ ਸੀ ਕਿ ਭਾਈ ਦਿੱਲੀੋਂ ਹੁਕਮ ਆਉਂਦੇ ਹੈ, ਦਿੱਲੀ ਵਾਲੇ ਜਿਹੜੇ ਹੁਕਮ ਦਿੰਦੇ ਨੇ ਆਓ ਉਹਨਾਂ ਨੂੰ ਲਾਂਭੇ ਕਰੀਏ। ਸੁਖਪਾਲ ਖਹਿਰਾ ਹੋਣੀ ਇਸੇ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲੋਂ ਵੱਖਰੇ ਹੋਏ ਸੀ, ਪਰ ਲੋਕ ਇਕੱਠ ਵੱਡੇ ਕਰ ਲੈਂਦੇ ਸੀ, ਪਰ ਚੋਣਾਂ ਵਿੱਚ ਇਕੱਠ ਤਬਦੀਲ ਨਾ ਹੋ ਸਕੇ, ਵੋਟਾਂ ਵਿੱਚ ਇਕੱਠ ਤਬਦੀਲ ਨਹੀਂ ਸੀ ਹੋ ਸਕੇ। ਹੁਣ ਵੇਖਣਾ ਹੋਊਗਾ ਕੀ ਸੱਚਮੁੱਚ ਕਿਸਾਨ ਮਜ਼ਦੂਰ ਚੋਣ ਲੜਦੇ ਆ, ਪਹਿਲੀ ਗੱਲ ਇਹ। ਦੂਸਰੀ, ਜੇਕਰ ਚੋਣ ਲੜਦੇ ਆ ਕੀ ਉਹਨਾਂ ਦੇ ਹੱਕ ਵਿੱਚ ਲੋਕ ਭੁਗਤਦੇ ਆ, ਇਹ ਸਮਾਂ ਦੱਸੂਗਾ। ਅਗਲੀ ਖਬਰ ਸੱਚਮੁੱਚ ਬਹੁਤ ਮਹੱਤਵਪੂਰਨ ਖਬਰ ਹੈ। ਬਸਤਾੜਾ ਟੋਲ ਪਲਾਜ਼ਾ ਤੇ 28 ਅਗਸਤ ਨੂੰ ਲਾਠੀ ਚਾਰਜ ਹੁੰਦਾ, ਇੱਕ ਕਿਸਾਨ ਦੀ ਮੌਤ ਹੁੰਦੀ ਹੈ, ਕਈ ਜ਼ਖਮੀ ਹੁੰਦੇ ਆ, ਫੱਟੜ ਹੁੰਦੇ ਆ। ਇੱਕ ਨੌਜਵਾਨ ਦੀ ਅੱਖ ਦੀ ਰੋਸ਼ਨੀ ਚਲੇ ਜਾਂਦੀ ਹੈ, ਨੱਕ ਦੀ ਹੱਡੀ ਟੁੱਟ ਜਾਂਦੀ ਹੈ, ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ, ਜ਼ਖਮੀ ਹੋ ਜਾਂਦੇ ਆ। ਉਹਦੇ ਤੋਂ ਬਾਅਦ ਕਈ ਦਿਨ ਮੁਜ਼ੱਫਰ ਨਗਰ ਵਾਲੀ ਪੰਚਾਇਤ ਤੋਂ ਬਾਅਦ ਕਰਨਾਲ ਦੇ ਵਿੱਚ ਧਰਨਾ ਪੱਕਾ ਮੋਰਚਾ ਲੱਗ ਗਿਆ ਸੀ। ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਿ ਅਸੀਂ ਪੱਕਾ ਧਰਨਾ ਉਦੋਂ ਤੱਕ ਲਾ ਕੇ ਰੱਖਾਂਗੇ, ਪੱਕਾ ਡੇਰਾ ਅਸੀਂ ਲਾ ਲਿਆ, ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਜਦੋਂ ਤੱਕ ਇਨਸਾਫ ਪੀੜਤ ਪਰਿਵਾਰਾਂ ਨੂੰ ਮਿਲ ਨਹੀਂ ਜਾਂਦਾ। ਆਖਰਕਾਰ ਬੀਤੇ ਦਿਨੀ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਚਕਾਰ ਕਈ ਮੀਟਿੰਗਾਂ ਦਾ ਦੌਰ ਚੱਲਦਾ ਹੈ ਤੇ ਫਿਰ ਸਮਝੌਤਾ ਸਿਰੇ ਚੜ ਜਾਂਦਾ ਹੈ। ਹੁਣ ਇਹ ਸਮਝੌਤਾ ਕਿਵੇਂ ਹੋਇਆ, ਕਿਵੇਂ ਨਹੀਂ ਹੋਇਆ, ਆਪਾਂ ਜੋ ਵੇਖਿਆ ਉਹ ਤੁਹਾਡੇ ਨਾਲ ਬੀਤੇ ਦਿਨੀ ਖਬਰਾਂ ਦਿੱਤੀਆਂ ਕਿ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ, ਕਿਸਾਨ ਆਗੂ ਵਿੱਚ ਬੈਠਦੇ ਨੇ, ਉਹਨਾਂ ਵਿੱਚ ਗੁਰਨਾਮ ਸਿੰਘ ਚੜੂਨੀ ਸਾਹਿਬ ਵੀ ਇੱਕ ਸੀ।
आखिरकार सांझी प्रैस कॉन्फ्रेंस करके दस दिता जाता कि समाबद्ध जांच होएगी, 1 महीने ਦੇ ਵਿੱਚ जांच होएगी। संबंधित SDM ਨੂੰ छुट्टी ਤੇ भेज दिता गया। ये जांच एक साबका हाई कोर्ट के रिटायर्ड जज करनगे ते 1 हफ्ते के अंदर अंदर शहीद परिवार के 2 जीआं नूं सरकारी नौकरी दी जाएगी। ये जदों सारी जानकारी सांझी प्रैस कॉन्फ्रेंस के विच दिती गई, जगदीश झिंडा शायद तुसीं नाम सुनिया होना, हरियाणा प्रबंधक कमेटी है गुरुद्वारा की, उहदे साबका प्रधान ने, कई दिन समझौते नूं हो गए बोले नहीं, तो कल अचनचेत वो भी बोल पे ने। हुण इस मसले नूं लैके गुरनाम सिंह चड़ूनी ते जगदीश झिंडा आमो सामने हो गए। जदों जगदीश झिंडा होरां ने आखिया कि यह फैसला, यह समझौता तो मैं करवाया है, इस टिप्पणी तो बाद गुरनाम सिंह चड़ूनी ने आखिया हाय हाय मैं इन्हां गंदे लोगों का दसो की करां। वो कहते हुण झिंडा लोगों नूं ये सब कुछ दस के हीरो बनना चाहुंदा है, जो ना गलबात वेले शामिल सी, ना ऐलान वेले शामिल सी, ना समझौते वक्त शामिल सी, ना ही उस इलाके विच सी। फिर ये सारा कुछ उन्हें करके में दिता। तो दूसरे पासे जगदीश झिंडा की आखते ने, वो कहते जे मैं झूठ बोलता होवां, मैं ते गुरनाम सिंह चड़ूनी दोवें हरमंदर साहब चले जाने हैं। चड़ूनी नूं पुछ लो, कहते चड़ूनी नूं पुछ के मैं सरकार दे नाल गलबात शुरू की, जो मैं आख रहा कहते इह 1% भी झूठ नहीं। वो कहते असल दे विच गुरनाम सिंह चड़ूनी चोणां भी लड़नियां चाहुंदा है, वो लोगों को कुछ दस रहा, तो दरअसल गलबात आ हुई है, तो समझौता तो मैं कराया। वो बेईमान बंदा कहते। जगदीश झिंडा कहता मैं करनाल आउण तो बाद भाजपा के कुछ लीडरां नाल गलबात की, उन्हां दा पक्ष जाणिया कि वो समझौता करना भी चाहुंदे है। उहदे तो बाद कहते मैं गुरनाम सिंह चड़ूनी कोल गया, तो करनाल का एक MC है बलविंदर सिंह कारा, बलविंदर सिंह के घरे तकरीबन असीं अद्धा घंटा गलबात की। इन्हां नाल गलबात करन तो बाद फिर मैं DC दे कोल गया, प्रशासनिक अधिकारियों के कोल गया, फिर दोवें धिरां दी मैं गल आपस दे विच करवाई। आखिरकार आ जिहड़ा नतीजा तुहाडे सामने जिहड़ा समझौता हो गया। वो कहते इस समझौते के वास्ते कुछ एक मंगां किसानां ने तब्दील कीतियां बदलियां, ते किते किते सरकार झुकी, आखिरकार समझौता करवाउण दे विच मैं सफल हो गया। हुण गुरनाम सिंह चड़ूनी कहते झूठ बोल रहा, इस तरह होया ही कुछ नहीं। वो तो ना समझौते सी, ना प्रैस कॉन्फ्रेंस वेले सी, ना उस इलाके विच सी। ਇਹਦੇ ਤੋਂ ਪਹਿਲਾਂ ਵੀ ਇਸ ਹੀ ਧਰਨੇ ਦੇ ਦੌਰਾन ਇੱਕ ਹੋਰ ਵਿਵਾਦ, ਤੇ ਉਸ ਵਿਵਾਦ ਵਿੱਚ ਵੀ ਗੁਰਨਾਮ ਸਿੰਘ ਚੜੂਨੀ ਸਾਹਿਬ ਦਾ ਨਾਂ ਹੈ, ਕਿਉਂਕਿ ਸੁਖਬੀਰ ਬਾਦਲ ਹੋਰਾਂ ਨੇ ਆਖ ਦਿੱਤਾ ਸੀ ਕਿ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਮੈਨੂੰ ਫੋਨ ਕੀਤਾ, ਸਾਡੇ ਤੋਂ ਲੰਗਰ ਦੀ ਸੇਵਾ ਮੰਗੀ ਹੈ। ਗੁਰਨਾਮ ਸਿੰਘ ਚੜੂਨੀ ਸਾਹਿਬ ਨੇ ਜਦ ਆਖ ਦਿੱਤਾ ਸੀ ਕਿ ਮੈਂ ਲੰਗਰ ਵਾਸਤੇ ਸੁਖਬੀਰ ਬਾਦਲ ਨੂੰ ਫੋਨ ਕਰੂੰਗਾ, ਦੱਸਣ ਕਿਹੜੇ ਨੰਬਰ ਤੇ ਫੋਨ ਕੀਤਾ, ਮੇਰੇ ਕੋਲ ਤਾਂ ਸੁਖਬੀਰ ਬਾਦਲ ਦਾ ਕੋਈ ਨੰਬਰ ਹੀ ਹੈ ਨਹੀਂ। ਤੇ दूसरे पासे एक होर अकाली आगू आ गया सी, वो कहना साडे कोल तां गुरनाम सिंह चड़ूनी होरां दी रिकॉर्डिंग भी पई है। मैं उस दिन भी टिप्पणी की सी कि कमाल है बई, तुहानूं जेकर कोई लंगर वास्ते पहली गल तां चड़ूनी साहब कहंदे मैं कीता नहीं, जे कीता भी है तां तुहानूं जिहड़ा भी कोई बंदा फोन करदा तुसीं उहदी रिकॉर्डिंग करदे हो। चड़ूनी साहब कहंदे जे कहिंदे आ तां काल डिटेल कढ के मेरे सामने रखण, पता लग जू, दुੱਧ ਦਾ दुੱਧ ते पानी दा पानी हो जू। पर आ सचमुच महत्वपूर्ण गल है कि जगदीश झिंडा कहंदे समझौता होर तां किसी ने कराया ही नहीं, मैं करवाया। चलो झिंडा साहब जे खट्टर सरकार तुहाडी ये नहीं मनदी है, खट्टर दी मोदी ते शाह होरी मनदे आ, क्यों नहीं ये काम कर लेंदे? उन्हां नूं जाके कहो किसान शहीद होई जांदे ने, आ कानून ही रद्द कर दिओ। तुहाडी तां सुणदे बहुत ने, जे सुणदे ने तां किसी TV चैनल ते आके दसो कि भाई हाँ मेरी प्रशासनिक अधिकारी सुण लैंदे आ, मेरी भाजपाईए सुण लैंदे आ। लोकां नूं यही तो गल की उड़ीक है, उस दिन की तो उड़ीक है कि जदों ये कानून रद्द हो जाण, कुछ भी होवे तुसीं समझौता कराओ, तुसीं किसानां दीयां जानां बचाओ। वेखदे हां कि इधर नूं भी कोई गल वधाउंदे आ जां नहीं। पर बीते दिनी श्रोमणी अकाली दल बादल ने आख्या सी कि 17 सितंबर नूं काला दिवस मनावांगे, गुरुद्वारा श्री रकाबगंज साहब तो तुरांगे अते पार्लीमेंट तक जावांगे। इस ऐलान ते हुण रिएक्ट किया आम आदमी पार्टी के विधायक भी ने अते किसान विंग पंजाब के प्रधान भी ने कुलतार सिंह संधमा। संधमा साहब कहंदे बादल परिवार नूं अपने मूँह ते पश्चाताप की काल संभल के काला दिवस मनाउणा चाहीदा है। वो कहंदे इहदे पिछे मैं तर्क इह दिना कि जेकर बतौर केंद्रीय मंत्री हरसिमरत कौर बादल
ਆਰਡੀਨੈਂਸਸ ਦੇ ਉੱਪਰ ਦਸਤਖਤ ਨਾ ਕਰਦੇ ਤਾਂ ਕਿਸਾਨਾਂ ਵਾਸਤੇ ਇਹ ਕਦੇ ਕਾਲਾ ਦਿਨ, ਇਹ ਮਾਰੂ ਦਿਨ ਆਉਂਦਾ ਹੀ ਨਾ, ਇਹ ਚੜ੍ਹਦਾ ਹੀ ਨਾ ਦਿਨ। ਉਹਨਾਂ ਨੇ ਪਾਰਟੀ ਦਫ਼ਤਰ ਤੋਂ ਇੱਕ ਜਾਰੀ ਬਿਆਨ ਕੀਤਾ ਹੈ। ਇਸ ਬਿਆਨ ਦੇ ਰਾਹੀਂ ਕੁਲਤਾਰ ਸਿੰਘ ਸੰਧਮਾ ਨੇ ਸਮੁੱਚੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਨੂੰ, ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਆਓ 17 ਸਤੰਬਰ ਵਾਲਾ ਦਿਨ ਅੰਨਦਾਤਾ ਦੇ ਹੱਕ ਵਿੱਚ ਕੌਮੀ ਪੱਧਰ ਤੇ ਕਾਲਾ ਦਿਵਸ ਮਨਾਈਏ। ਉਹਨਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭਾਰਤੀ ਇਤਿਹਾਸ ਦੇ ਵਿੱਚ ਤਾਨਾਸ਼ਾਹ ਸਰਕਾਰ ਬਣੀ ਬੈਠੀ ਹੈ, ਜੋ ਮੁਲਕ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਹੱਕਾਂ ਦਾ ਲਗਾਤਾਰ ਘਾਣ ਕਰ ਰਹੀ ਹੈ। ਉਹ ਕਹਿੰਦੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਮਹਾ ਪੰਜਾਬ ਦੀ ਸਰਜਮੀ ਤੋਂ ਉੱਠੇ ਅੰਦੋਲਨ ਨੇ ਨਾ ਸਿਰਫ ਭਾਰਤ ਦੇ ਵਿੱਚ ਕਿਸਾਨਾਂ ਨੂੰ ਬਲ ਬਖਸ਼ਿਆ, ਸਗੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ, ਉਹ ਕਹਿੰਦੇ ਦੁਨੀਆ ਭਰ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਹੱਕਾਂ ਦੀ ਰਾਖੀ ਲਈ ਜਾਗਰੂਕਤਾ ਪੈਦਾ ਕਰ ਦਿੱਤੀ ਇਸ ਪੰਜਾਬ ਤੋਂ ਉੱਠੇ ਅੰਦੋਲਨ ਨੇ। ਉਹ ਕਹਿੰਦੇ ਜਦੋਂ ਚਾਹੇ ਅਣਚਾਹੇ ਮਨ ਨਾਲ ਅਕਾਲੀ ਦਲ ਬਾਦਲ ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਹਵਾਲੇ ਨਾਲ 17 ਸਤੰਬਰ ਵਾਲੇ ਦਿਨ ਨੂੰ ਕਾਲੇ ਦਿਵਸ ਵਜੋਂ ਮੰਨ ਲਿਆ, ਤਾਂ ਖੇਤੀ ਉੱਪਰ ਜਿਹੜੇ ਆਰਡੀਨੈਂਸ ਬਣੇ, ਜਿਨ੍ਹਾਂ ਤੇ ਦਸਤਖਤ ਕੀਤੇ ਅਤੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਕਈ ਮਹੀਨੇ ਧੂਆਂਧਾਰ ਪ੍ਰਚਾਰ ਕੀਤਾ, ਹੁਣ ਉਨੇ ਹੀ ਤਰੀਕੇ ਨਾਲ ਪਛਤਾਤਾਪ ਵੀ ਕਰ ਲੈਣਾ ਹੈ। ਇਹਦੇ ਵਾਸਤੇ ਕਹਿੰਦੇ ਬਾਦਲ ਪਰਿਵਾਰ ਦੀ ਅਗਵਾਈ ਦੇ ਵਿੱਚ ਸਮੁੱਚੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਆਪਣੇ ਮੂੰਹ ਦੇ ਉੱਤੇ ਕਾਲਸ ਮਲ ਕੇ ਕਾਲਾ ਦਿਵਸ ਜ਼ਰੂਰ ਮਨਾਉਣਾ ਚਾਹੀਦਾ ਹੈ। ਉਹ ਕਹਿੰਦੇ ਆਪਣਾ ਮੂੰਹ ਕਾਲਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸਲ ਦੇ ਵਿੱਚ ਅਕਾਲੀ ਦਲ ਬਾਦਲ ਕਾਲੇ ਖੇਤੀ ਕਾਨੂੰਨਾਂ ਦੇ ਜਨਮਦਾਤਿਆਂ ਦੇ ਵਿੱਚੋਂ ਇੱਕ ਹੈ ਅਤੇ ਇਹਨਾਂ ਕਾਨੂੰਨਾਂ ਦਾ ਵੱਡਾ ਸਮਰਥਕ ਰਿਹਾ ਤੇ ਪ੍ਰਚਾਰਕ ਰਿਹਾ। ਉਹਨਾਂ ਇੱਥੋਂ ਤੱਕ ਆਖਿਆ ਕਿ ਅਕਾਲੀ ਦਲ ਦੇ ਸਰਪ੍ਰਸਤ ਨੇ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਜਿਹੜੇ ਕੇਂਦਰੀ ਵਜ਼ੀਰ ਹੁੰਦੇ ਸੀ, ਇਹਦੇ ਸਮੇਤ ਉਹ ਕਹਿੰਦੇ ਵਿਰਸਾ ਸਿੰਘ ਵਲਟੋਹਾ, ਸਾਰੇ ਆਗੂ ਇਹਨਾਂ ਕਾਨੂੰਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਸੀ ਥੱਕਦੇ, ਵੀਡੀਓ ਬਣਾ ਕੇ ਲੋਕਾਂ ਤੱਕ ਪੁੱਜਦੀਆਂ ਕਰਦੇ ਸੀ। ਉਹ ਕਹਿੰਦੇ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰਦਿਆਂ 600 ਤੋਂ ਵੱਧ ਕਿਸਾਨ ਮਜ਼ਦੂਰ ਮੌਤ ਨੂੰ ਗਲ ਨਾਲ ਲਾ ਚੁੱਕੇ ਹੈ। ਇਹਨਾਂ ਮੌਤਾਂ ਵਾਸਤੇ ਅਕਾਲੀ ਦਲ ਬਾਦਲ ਵੀ ਓਨਾ ਹੀ ਜ਼ਿੰਮੇਵਾਰ ਹੈ ਜਿੰਨੀ ਭਾਰਤੀ ਜਨਤਾ ਪਾਰਟੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਤਾਂ ਆਮ ਲੋਕ ਵੜਨ ਨਹੀਂ ਦਿੰਦੇ, ਇਸ ਲਈ ਕਾਲਾ ਦਿਨ ਮਨਾਉਣ ਦੇ ਵਾਸਤੇ ਉਹਨਾਂ ਨੇ ਦਿੱਲੀ ਦਾ ਮੈਦਾਨ ਚੁਣਿਆ, ਜੋ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦਾ ਘੱਟਾ ਲੋਕਾਂ ਦੀਆਂ ਅੱਖਾਂ ਵਿੱਚ ਪਾਉਣਗੇ 17 ਤਰੀਕ ਨੂੰ। ਪਰ ਸੰਧਮਾ ਸਾਹਿਬ ਦੀ ਇਸ ਖਬਰ ਦੇ ਉੱਤੇ ਜਾਂ ਟਿੱਪਣੀ ਦੇ ਉੱਤੇ ਮੈਂ ਟਿੱਪਣੀ ਕਰਾਂ ਕਿ ਦੇਖੋ, ਤੁਸੀਂ ਆਪਣੀ ਪਾਰਟੀ ਦਾ ਪ੍ਰੋਗਰਾਮ ਦਿਓ, ਪਰ ਇਸ ਗੱਲ ਦੀ ਸ਼ਾਬਾਸ਼ ਦੇਣੀ ਬਣਦੀ ਹੈ ਕਿ ਜਿਸ ਦਿਨ ਕਿਸਾਨ ਆਗੂਆਂ ਨਾਲ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ, ਉਸ ਦਿਨ ਕੁਲਤਾਰ ਸਿੰਘ ਸੰਧਮਾ ਵੀ ਵਫਦ ਦਾ ਹਿੱਸਾ ਸਨ। ਕੁਲਤਾਰ ਸਿੰਘ ਸੰਧਮਾ ਤੇ ਅਮਨ ਅਰੋੜਾ ਹੋਰਾਂ ਨੇ ਉਸੇ ਦਿਨ ਆਖ ਦਿੱਤਾ ਸੀ ਕਿ ਜੋ ਸਿਆਸੀ ਪਾਰਟੀਆਂ ਕਰ ਰਹੀਆਂ ਨੇ ਠੀਕ ਨਹੀਂ, ਜੋ ਕਿਸਾਨ ਆਗੂਆਂ ਦਾ ਹੁਕਮ ਹੈ ਸਿਰ ਮੱਥੇ, ਅਸੀਂ ਆਪਣੀ ਕੋਈ ਸਿਆਸੀ ਗਤੀਵਿਧੀ ਨਹੀਂ ਕਰਾਂਗੇ। ਪਰ ਦੂਸਰੇ ਪਾਸੇ ਦੋ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਵਾਲੇ ਨੇ ਨੱਕ ਬੁੱਲ ਮਾਰੇ ਸੀ ਕਿ ਜੇਕਰ ਸਿਆਸੀ ਰੈਲੀ ਨਾ ਸਾਨੂੰ ਕਰਨ ਦਿੱਤੀਆਂ ਤਾਂ ਫਿਰ ਲੋਕਾਂ ਨਾਲ ਸਾਡਾ ਰਾਬਤਾ ਕਿਵੇਂ ਹੋਵੇਗਾ। ਤੇ ਨਾਲ ਮੈਂ ਇਹ ਦੱਸ ਦਿਆਂ ਕਿ ਹੁਣ ਤੋਂ ਕੁਝ ਘੰਟੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਗੱਲ ਪੰਜਾਬ ਦੀ ਵੱਖੋ-ਵੱਖ ਰੈਲੀਆਂ ਉਹਨਾਂ ਨੇ ਉਸ ਦੌਰਾਨ ਕਰਨੀਆਂ ਸੀ। ਰੈਲੀ ਦੇ ਦੌਰਾਨ ਉਹ ਕੁਝ ਉਮੀਦਵਾਰਾਂ ਦਾ ਐਲਾਨ ਕਰਦੇ ਸਨ, ਪਰ ਹੁਣ ਉਹ ਗੱਲ ਪੰਜਾਬ ਦੀ ਠੱਪ ਹੋਈ ਪਈ ਹੈ। ਇਸ ਕਰਕੇ ਉਹਨਾਂ ਨੇ ਹੁਣ ਸੂਚੀ ਜਾਰੀ ਕਰ ਦਿੱਤੀ ਹੈ, ਵੱਖੋ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਕੌਣ ਕਰੇਗਾ, ਉਹਨਾਂ ਦਾ ਉਮੀਦਵਾਰ ਕੌਣ ਹੋਵੇਗਾ, ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਉਹਨਾਂ ਨੂੰ ਪਤਾ ਹੈ ਕਿ ਰੈਲੀਆਂ ਕਰ ਨਹੀਂ ਸਕਦੇ, ਗੱਲ ਪੰਜਾਬ ਦੀ ਹੋ ਨਹੀਂ ਸਕਦੀ। ਹੁਣ ਵੇਖਦੇ ਹਾਂ ਕਿ 17 ਸਤੰਬਰ ਨੂੰ ਜਿਹੜਾ ਕਾਲਾ ਦਿਵਸ ਮਨਾਇਆ ਜਾਣਾ ਹੈ, ਅਕਾਲੀਆਂ ਨੇ ਦਿੱਲੀ ਪ੍ਰੋਗਰਾਮ ਦਿੱਤਾ ਹੈ, ਬਾਕੀ ਦੀਆਂ ਧਿਰਾਂ ਨੇ ਜਿਹੜੀਆਂ ਸਿਆਸੀ ਧਿਰਾਂ ਉਹ ਕਿਹੋ ਜਿਹੇ ਪ੍ਰੋਗਰਾਮ ਦਾ ਐਲਾਨ ਕਰਦੀਆਂ ਨੇ, ਪਰ ਕਾਂਗਰਸ ਪਾਰਟੀ ਨੇ ਹਾਲੇ ਤੱਕ ਆਪਣੇ ਪੱਤੇ ਖੋਲ੍ਹੇ ਨਹੀਂ ਕਿ ਕੀ ਕਿਸਾਨ ਆਗੂਆਂ ਦੀ ਗੱਲ ਤੇ ਫੁੱਲ ਚੜਾਉਣਗੇ ਜਾਂ ਨਹੀਂ। ਪਰ ਬੀਤੇ ਕੁਝ ਘੰਟੇ ਪਹਿਲਾਂ ਇੱਕ ਬਿਆਨ ਇਸ ਵਕਤ ਬਹੁਤ ਚਰਚਾ 'ਚ ਹੈ। ਉਹ ਬਿਆਨ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ। ਅੱਜ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਉਸ ਬਿਆਨ ਦਾ ਜ਼ਿਕਰ ਕੀਤਾ ਸੀ, ਵੱਖਰੇ ਤੌਰ ਤੇ ਵੀਡੀਓ ਕੱਢ ਕੇ ਵੀ ਆਪਣੇ ਚੈਨਲ ਦੇ ਉੱਤੇ ਪਾਇਆ ਹੋਇਆ ਹੈ। ਤੁਸੀਂ ਵੇਖੋ ਕਿ ਕੈਪਟਨ ਅਮਰਿੰਦਰ ਸਿੰਘ ਕਿੰਨੇ ਕਿਸਾਨ ਹਿਤੈਸ਼ੀ ਨੇ। ਉਹਨਾਂ ਨੇ ਸ਼ਰੇਆਮ ਆਖ ਦਿੱਤਾ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਪੰਜਾਬ ਦੇ ਵਿੱਚ ਕਿਸਾਨ ਗੰਦ ਨਾ ਪਾਉਣ, ਜੇ ਜਾਣਾ ਹੈ ਤਾਂ ਦਿੱਲੀ ਜਾ ਕੇ ਇਹ ਕੰਮ ਕਰ ਲੈਣ, ਪੰਜਾਬ ਦੇ ਵਿੱਚ ਧਰਨੇ ਨਾ ਲਾਉਣ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ।
ਜੇਕਰ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।